ਨਾਮ ਛਡਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦ ਸੱਚ ਦੀ ਕਸਵੱਟੀ ਤੇ ਉਸ ਦਰ ਤੇ ਉਸ ਧਿਆਨ ਦੇ ਵਿੱਚ ਬੈਠੀਏ ਤੇ ਫਿਰ ਪਤਾ ਲੱਗਦਾ ਵੀ ਸਾਡੇ ਕਿੰਨੇ ਕੁ ਔਗਣ ਨੇ। ਜਦੋਂ ਇੱਕ ਦੇ ਬਰਾਬਰ ਦੂਜਾ ਤੋਲੀਏ ਤੇ ਫਿਰ ਪਤਾ ਲੱਗਦਾ ਕਿ ਭਾਰਾ ਕਿਹੜਾ ਤੇ ਹੌਲਾ ਕਿਹੜਾ। ਤੇ ਜਦੋਂ ਇੰਨੇ ਪਵਿੱਤਰ ਸੱਚ ਦੇ ਸਨਮੁਖ ਹੋਏ, ਮਾਲਕ ਦੇ ਜਾ ਕੇ ਗੁਣ ਸੁਣੇ, ਸੰਗਤ ਦੇ ਵਿੱਚੋਂ ਧਿਆਨ ਦੀਆਂ ਅਵਸਥਾਵਾਂ ਸੁਣੀਆਂ, ਪੁੱਛਿਆ ਗੁਰਮੁਖ ਸੰਤਾਂ ਸਾਧੂਆਂ ਪਾਸੋਂ ਵੀ ਅਕਾਲ ਪੁਰਖ ਕਿਹੜੀ ਜਗ੍ਹਾ ਤੇ ਵਾਸ ਕਰਦੇ ਆ। ਨਾਮ ਦਾ ਸੱਚ ਅੰਮ੍ਰਿਤ ਦਾ ਭੇਤ ਲਿਆ ਤੇ ਉਹ ਸਹਿਜ ਦਸਵੇਂ ਘਰ ਦਾ ਭੇਤ ਲਿਆ ਕਿ ਜਿੱਥੇ ਬਿਲਕੁਲ ਕੋਈ ਵਿਚਾਰ ਨਹੀਂ, ਕੋਈ ਦੁਬਿਧਾ ਨਹੀਂ, ਕੋਈ ਨਿੰਦਾ ਨਹੀਂ। ਇੱਕ ਆਤਮਕ ਅਵਸਥਾ ਦੇ ਵਿੱਚ ਵਸਣਾ ਹੁੰਦਾ ਹੈ। ਜਿਵੇਂ ਦੀ ਆਤਮਾ ਹੈ ਉਵੇਂ ਦਾ ਮਨ ਨੇ ਹੋ ਕੇ ਵਸਣਾ ਹੁੰਦਾ ਹੈ। ਉੱਥੇ ਫਿਰ ਆਪਦੇ ਮਨ ਦਾ ਮੁਲਾਂਕਣ ਕਰਦੇ ਆ। ਉੱਥੇ ਫਿਰ ਆਪਦੇ ਮਨ ਦੀ ਹੈਸੀਅਤ ਦਾ ਪਤਾ ਲੱਗਦਾ ਹੈ ਵੀ ਸਤਿਗੁਰ ਤਾਂ ਬਹੁਤ ਸਹਿਜ ਵਿੱਚ ਆਏ, ਤਾਂ ਬੜਾ ਸੂਖਮ ਧਿਆਨ ਦਾ ਖੇਲ ਹੈ। ਤੇ ਫਿਰ ਆਪਾਂ ਆਮ ਹੀ ਵੇਖੋ ਗੁਰਮੁਖ ਕਈ ਕਹਿ ਦਿੰਦੇ ਆ ਜੀ ਇਹ ਖੇਲ ਸੌਖਾ ਨਹੀਂ ਹੈਗਾ। ਸੁਣਦੇ ਤਾਂ ਪਏ ਆ। ਕਿਉਂ? ਉਹ ਜਦੋਂ ਅਸੀਂ ਗੁਣ ਸੁਣਦੇ ਆ, ਜਦੋਂ ਅਸੀਂ ਰਸਤਾ ਸੁਣਦੇ ਆ, ਤੇ ਉਹ ਆਪ ਦੇ ਵਿੱਚ ਨਾਲੋਂ ਨਾਲ ਅਸੀਂ ਝਾਤੀ ਮਾਰਦੇ ਰਹਿੰਦੇ ਆ ਵੀ ਇਹ ਗੁਣ ਤਾਂ ਸਾਡੇ ਵਿੱਚ ਹੈ ਨਹੀਂ ਜਿਹੜੀਆਂ ਅਸੀਂ ਸੰਗਤ ਵਿੱਚ ਗੱਲਾਂ ਸੁਣਦੇ ਪਏ। ਇਹ ਗੱਲਾਂ ਜੋ ਵਿਚਾਰਾਂ ਸਤਿਗੁਰ ਦੇ ਗੁਣ ਸਾਨੂੰ ਦੱਸੇ ਜਾ ਰਹੇ ਆ, ਇਹ ਸਾਡੇ ਵਿੱਚ ਤਾਂ ਹੈ ਹੀ ਨਹੀਂ। ਇਹ ਤੇ ਫਿਰ ਉੱਥੇ ਜਦੋਂ ਵੇਖਿਆ ਵੀ ਸਤਿਗੁਰ ਇੰਨੇ ਉਜਲ ਆ, ਧਿਆਨ ਦਾ ਮਾਰਗ ਹੈ, ਨਾਮ ਕਿਸ ਅਵਸਥਾ ਵਿੱਚ ਜਾ ਕੇ ਪ੍ਰਗਟ ਹੁੰਦਾ ਹੈ, ਕਿੱਥੇ ਉਹ ਪ੍ਰਕਾਸ਼ ਪ੍ਰਗਟ ਹੁੰਦਾ ਹੈ, ਕਿੱਥੇ ਉਹ ਜੋਤ ਦਾ ਸਥਾਨ ਹੈ। ਤੇ ਫਿਰ ਕਹਿੰਦੇ ਆ ਵੀ ਹਮਰੇ ਔਗਣ ਬਹੁਤ ਬਹੁਤ ਹੈ, ਬਹੁਤ ਔਗਣ ਆ ਸਾਡੇ ਵਿੱਚ। ਇਹ ਤਾਂ ਜੋ ਤੁਸੀਂ ਗੱਲਾਂ ਕਰਦੇ ਪਿਓ, ਜੋ ਤੁਸੀਂ ਇਹ ਬ੍ਰਹਿਮੰਡ ਦੀ ਕਹਾਣੀ ਸੁਣਾ ਰਹੇ ਹੋ, ਤੇ ਫਿਰ ਬੜਾ ਆਦਰ ਦਿੰਦੇ ਨੇ, ਕਹਿੰਦੇ ਵੀ ਬੜੀ ਕਿਰਪਾ ਹੋਈ ਤੁਹਾਡੇ ਤੇ। ਸਾਨੂੰ ਨਹੀਂ ਇਹ ਗੱਲਾਂ ਪਤਾ, ਸਾਡੇ ਵਿੱਚ ਤਾਂ ਔਗਣ ਹੀ ਬਹੁਤ ਆ। ਤੇ ਪੁੱਛੀਏ ਨਾ ਵੀ ਕਿਹੜੇ ਔਗਣ ਤੁਹਾਡੇ ਵਿੱਚ, ਫਿਰ ਆਪੋ ਹੀ ਮਨ ਜਦੋਂ ਸਤਿਗੁਰ ਦੀ ਕਹਾਣੀ ਸੁਣਦਾ ਤੇ ਆਪ ਹੀ ਕਹਿੰਦਾ ਹੈ ਵੀ ਮੈਂ ਤਾਂ ਜੀ ਹਜੇ ਦੁਨੀਆ ਵਿੱਚ ਹੀ ਫਸਿਆ ਹੋਇਆ, ਮੈਂ ਤਾਂ ਹਜੇ ਜੀ ਪੈਸੇ ਵਿੱਚ ਹੀ ਫਸਿਆ ਹੋਇਆ। ਅਸੀਂ ਵੇਖੋ ਆਪ ਦਾ ਮੁਲਾਂਕਣ ਆਪ ਕਰ ਲੈਂਦੇ ਹਾਂ। ਇਹੀ ਤਾਂ ਸੱਚੀ ਸੰਗਤ ਹੁੰਦੀ ਹੈ, ਜਿੱਥੇ ਜਾ ਕੇ ਆਪ ਦੀ ਐਵਰੇਜ ਆਪ ਪਤਾ ਲੱਗ ਜਾਂਦੀ ਕਿ ਕਿੰਨੀ ਕੁ ਮੇਰੀ ਐਵਰੇਜ ਹੈ, ਕਿੰਨਾ ਕੁ ਮੈਂ ਉੱਜਲ ਹਾਂ। ਜਦੋਂ ਉੱਚੀਆਂ ਸੁੱਚੀਆਂ ਗੱਲਾਂ ਸੁਣਦੇ, ਸਤਿਗੁਰ ਦੀ ਕਹਾਣੀ ਸਹਿਜ ਦੇ ਵਿੱਚ ਜਿੱਥੇ ਅੰਮ੍ਰਿਤ ਰਸ ਚੱਲਦਾ ਪਿਆ, ਜਿੱਥੇ ਅਨਹਦ ਬਾਣੀ ਦੇ ਅੰਦਰ ਉਹ ਵੱਖ-ਵੱਖ ਸ਼ਬਦ ਚੱਲਦੇ ਪਏ ਆ ਸਾਡੇ ਵਿੱਚ, ਪਤਾ ਨਹੀਂ ਕਿੰਨੇ ਕੁ ਰਾਗ ਬਾਣੀ ਚੱਲਦੀ ਪਈ ਆ। ਫਿਰ ਆਪੇ ਹੀ ਕਹਿੰਦਾ ਜੀ ਮੈਂ ਤਾਂ ਹਜੇ ਨਿੰਦਿਆ ਚੁਗਲੀ 'ਚ ਹੀ, ਬੜਾ ਮੇਰੇ 'ਚ ਕਾਮ ਉਪਜਦਾ ਹੈ ਜੀ, ਕ੍ਰੋਧ ਹੀ ਬਹੁਤ ਆਉਂਦਾ ਮੈਨੂੰ, ਤਾਂ ਲੋਭ ਵੀ ਬਹੁਤ ਆਉਂਦਾ ਜੀ ਮੈਨੂੰ। ਇਹ ਤਾਂ ਤੁਸੀਂ ਗੱਲਾਂ ਜਿਹੜੀਆਂ ਦੱਸਦੇ ਹੋ ਨਾ ਜੀ, ਜਿਹੜੀ ਇਹ ਤੁਸੀਂ ਕਹਾਣੀ ਦੱਸ ਰਹੇ ਹੋ, ਇਹ ਸਾਡੇ ਵੱਸ ਦੀ ਕਿੱਥੇ ਗੱਲ, ਸਾਡੇ ਵਿੱਚ ਤਾਂ ਔਗਣ ਬਹੁਤ ਨੇ। ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਵਿਧੀ ਦੱਸੀ ਵੀ ਕੋਈ ਗੱਲ ਨਹੀਂ, ਤੁਸੀਂ ਪਛਤਾਤਾਪ ਕੀਤਾ, ਤੁਸੀਂ ਸਮਝੇ ਹੋ। ਤੇ ਕਹਿੰਦੇ ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ਼ ਲੈ ਹਰ ਭਾਵੈ। ਕਿਵੇਂ ਬਖਸ਼ਦਾ? ਕਹਿੰਦੇ ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੇ। ਕਹਿੰਦੇ ਜਦੋਂ ਤੁਸੀਂ ਗੁਰਮੁਖ ਪਿਆਰਿਓ, ਔਗਣ ਬੜੇ ਹੁੰਦੇ ਆ, ਪਰ ਜਦੋਂ ਤੁਸੀਂ ਮਹਿਸੂਸ ਕਰ ਲਓਗੇ, ਜਿਵੇਂ ਆਮ ਤੌਰ ਤੇ ਜੇ ਕੋਈ ਵੱਡੀ ਗਲਤੀ ਹੋ ਜਾਂਦੀ ਆ ਪਿੰਡ ਦੇ ਵਿੱਚ ਜਾਂ ਕਿਤੇ ਗਲੀ ਮੁਹੱਲੇ ਦੇ ਵਿੱਚ, ਤੇ ਜਦੋਂ ਸਿਆਣੇ ਬੰਦੇ ਇਕੱਠੇ ਹੋ ਜਾਂਦੇ ਆ, ਮੁਖੀ ਬੰਦੇ ਇਕੱਠੇ ਹੋ ਜਾਂਦੇ, ਪੰਚਾਇਤ ਦਾ ਰੂਪ ਧਾਰਨ ਕਰਦੇ, ਤੇ ਉੱਥੇ ਜਿੰਨਾ ਮਰਜ਼ੀ ਕਿਸੇ ਦਾ ਔਗਣ ਹੋਵੇ, ਜੇ ਉਹ ਦਿਲੋਂ ਸਾਰਿਆਂ ਦੇ ਸਾਹਮਣੇ ਮਹਿਸੂਸ ਕਰ ਲੈ ਜੀ ਵੀ ਠੀਕ ਹੈ, ਜੋ ਮੇਰੇ ਤੋਂ ਗਲਤੀ ਹੋਈ ਤੇ ਮੈਨੂੰ ਬਖਸ਼ ਦਿਓ ਤੁਸੀਂ, ਤੇ ਉਹ ਜਿੰਨੇ ਮਰਜ਼ੀ ਔਗਣ ਹੋਣ, ਸਿਆਣੇ ਬੰਦੇ ਜੇ ਵੇਖ ਲੈਣ ਕਿ ਵਾਕਿਆ ਹੀ ਇਹ ਦਿਲੋਂ ਮਹਿਸੂਸ ਕਰਦਾ ਪਿਆ, ਚਿਹਰੇ ਤੋਂ ਪਤਾ ਲੱਗ ਜਾਂਦਾ, ਉਹਦੇ ਬੋਲਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਦਿਲੋਂ ਮਹਿਸੂਸ ਕਰਦਾ ਪਿਆ ਕਹਾਣੀ ਨੂੰ, ਜਾਂ ਇਹ ਉੱਪਰੋਂ ਹੀ ਮਾਫੀਆਂ ਮੰਗੀ ਜਾਂਦਾ। ਤੇ ਜਦੋਂ ਦਿਲੋਂ ਮੰਗੀਏ ਤੇ ਉੱਥੇ ਫਿਰ ਵੱਡੇ ਤੋਂ ਵੱਡੇ ਗੁਨਾਹ ਬਖਸ਼ੇ ਜਾਂਦੇ ਆ। ਵੱਡੀਆਂ ਵੱਡੀਆਂ ਕੋਰਟਾਂ 'ਚ ਵੀ ਸੁਣੀਦਾ ਵੀ ਕਿਤੇ ਜੱਜ ਦੇ ਕੋਲ, ਜੱਜ ਜਿਹੜਾ ਹੁੰਦਾ ਨਾ, ਉਹ ਜੇ ਕਿਤੇ ਉਹਦੇ ਕੋਲ ਵੀ ਫਰਿਆਦ ਕਰੀਏ ਤੇ ਉਹ ਵੀ ਬਖਸ਼ ਦਿੰਦਾ। ਇਸੇ ਤਰੀਕੇ ਸਤਿਗੁਰ ਦੀ ਜਿਹੜੀ ਸਭ ਤੋਂ ਵੱਡੀ ਕੋਰਟ ਆ,
ਸਭ ਤੋਂ ਵੱਡੀ ਅਦਾਲਤ ਆ। ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਤੁਸੀਂ ਮਹਿਸੂਸ ਕਰ ਲਓ ਵੀ ਇਹ ਜਿਹੜਾ ਵੀ ਸਾਡੇ ਤੋਂ ਬਹੁਤ ਭਾਰੀ ਗਲਤੀ ਹੋ ਗਈ ਆ ਜੀ, ਤੇ ਹੁਣ ਤੁਸੀਂ ਸਾਨੂੰ ਆਪਦੇ ਲੜ ਲਾਓ, ਤੇ ਮਹਾਰਾਜ ਜੀ ਕਹਿੰਦੇ ਮਹਿਸੂਸ ਕਰੋ ਤੇ ਉਹਦੀ ਸੰਗਤ ਵਿੱਚ ਚਲੇ ਜਾਓ। ਹਮ ਅਪਰਾਧੀ ਰਾਖੇ ਗੁਰ ਸੰਗਤੀ, ਗੁਰੂ ਦੀ ਸੰਗਤ ਜਿੱਥੇ ਗੁਰੂ ਦੇ ਗੁਣ ਕੀਤੇ ਜਾਂਦੇ ਆ। ਉਪਦੇਸ਼ ਦਿਓ, ਉੱਥੇ ਫਿਰ ਉਪਦੇਸ਼ ਦਿੰਦਾ, ਸੰਗਤ ਵਿੱਚ ਸਾਨੂੰ ਉਪਦੇਸ਼ ਦਿੰਦਾ ਹੈ, ਆਪਦੇ ਸੰਤਾਂ ਸਾਧੂਆਂ ਦੇ ਮੁਖੋਂ ਬੋਲ ਕੇ ਦਿੰਦਾ ਵੀ ਕੀ ਹੁਣ ਤੁਸੀਂ ਕਰਨਾ ਹੈ। ਦੇਖੋ ਕਿੰਨੀ ਵੱਡੀ ਕਹਾਣੀ, ਇੱਕ ਗੂਝ ਰਤਨ ਇੱਥੇ ਆਪਾਂ ਨੂੰ ਦਿੱਤਾ ਹੈ ਵੀ ਤੁਹਾਨੂੰ ਜੇ ਤੁਸੀਂ ਚਾਹੁੰਦੇ ਜੇ ਵੀ ਰੱਬ ਤੁਹਾਡੇ ਤੋਂ ਕੀ ਚਾਹੁੰਦਾ ਹੈ ਜਾਂ ਰੱਬ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਹੈ, ਤੇ ਉਹਦੇ ਸੰਤਾਂ ਦੀ ਸੰਗਤ, ਗੁਰੂ ਦੀ ਸੰਗਤ ਕਰ ਲਓ। ਉੱਥੋਂ ਉਹਨਾਂ ਦੇ ਮੁਖ ਰਾਹੀਂ ਦੱਸੇਗਾ ਤੁਹਾਨੂੰ ਮੈਂ ਕੀ ਚਾਹੁੰਦਾ ਤੁਹਾਡੇ ਤੋਂ। ਦੁਨੀਆ ਵਿੱਚੋਂ ਤੁਹਾਨੂੰ ਨਹੀਂ ਪਤਾ ਲੱਗਣਾ, ਆਪ ਦੇ ਜੋ ਤੁਹਾਡੇ ਦੁਨਿਆਵੀ ਮਾਇਆ ਦੇ ਦਾਇਰੇ ਨੇ ਉੱਥੋਂ ਨਹੀਂ ਪਤਾ ਲੱਗਣਾ। ਕਹਿੰਦੇ ਗੁਰੂ ਸੰਗਤ ਵਿੱਚ ਚਲੇ ਜਾਓ, ਉੱਥੋਂ ਫਿਰ ਤੁਹਾਨੂੰ ਦੱਸੇਗਾ ਬੋਲ ਕੇ ਮੈਂ ਤੁਹਾਨੂੰ ਕੀ ਚਾਹੁੰਦਾ। ਫਿਰ ਕੀ ਕਹਿੰਦੇ, ਕਹਿੰਦੇ ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੇ। ਹਰੀ ਦੇ ਨਾਮ ਨਾਲ ਸਾਨੂੰ ਤੇ ਗੁਰਮਤ ਦਾ ਉਪਦੇਸ਼ ਦੇ ਕੇ ਕਹਿੰਦੇ ਫਿਰ ਉੱਥੋਂ ਛਡਾਉਂਦਾ ਹੈ। ਕਹਿੰਦੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਇੱਥੇ ਗੱਗੇ ਨੂੰ ਵੀ ਔਂਕੜੇ, ਰਾਰੇ ਨੂੰ ਵੀ ਔਂਕੜੇ, ਇੱਥੇ ਗੁਰਮੁਖ ਦੀ ਗੱਲ ਕੀਤੀ। ਕਹਿੰਦੇ ਤੁਹਾਡੇ ਕਿਆ ਗੁਣ ਅਸੀਂ ਕਹੀਏ, ਸਾਨੂੰ ਤਾਂ ਨਹੀਂ ਪਤਾ, ਪਰ ਗੁਰਮੁਖ ਜਦੋਂ ਤੁਹਾਡੇ ਗੁਣ ਕਰਕੇ ਸੁਣਾਉਂਦੇ ਆ, ਅਸੀਂ ਤਾਂ ਤੁਹਾਡੇ ਗੁਣ ਸੁਣਦੇ ਸੁਣਦੇ ਬਿਸਮ ਹੋ ਜਾਂਦੇ ਹਾਂ। ਬਿਸਮ ਭਾਵ ਕਿ ਅਚਰਜ, ਆਨੰਦ। ਗੁਰਮੁਖ ਜਦੋਂ ਆਪਾਂ ਸੰਗਤ ਵਿੱਚ ਬੈਠਦੇ ਹਾਂ ਪੂਰਾ ਸਰੀਰ ਆਨੰਦ 'ਚ ਹੋ ਜਾਂਦਾ, ਕੋਈ ਫੁਰਨਾ ਰਹਿੰਦਾ ਹੀ ਨਹੀਂ। ਕਹਿੰਦੇ ਕਿਆ ਗੁਣ ਨੇ ਸੱਚੇ ਪਾਤਸ਼ਾਹ ਤੁਹਾਡੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਅਸੀਂ ਤਾਂ ਬਿਸਮ ਹੋ ਜਾਂਦੇ ਹਾਂ ਤੁਹਾਡੀਆਂ ਕਹਾਣੀਆਂ ਸੁਣ ਕੇ, ਕੋਈ ਫੁਰਨਾ ਹੀ ਨਹੀਂ ਰਹਿੰਦਾ, ਇੰਨਾ ਮਨ ਤਨ ਵਿੱਚ ਆਨੰਦ ਬਣ ਜਾਂਦਾ। ਇਹ ਜਦੋਂ ਮਹਿਸੂਸ ਕਰ ਲਿਆ ਤੇ ਬਖਸ਼ਾਉਣ ਆਏ ਨੇ ਸੰਗਤ ਦੇ ਵਿੱਚ ਆਪਦੇ ਮਨ ਨੂੰ। ਇਸ ਕਰਕੇ ਜਦੋਂ ਸਾਨੂੰ ਵੀ ਮਹਿਸੂਸ ਹੋ ਜਾਏ ਕਿ ਵੀ ਵਾਕਈ ਸਾਡੇ ਵਿੱਚ ਬੜੀ ਗਲਤੀਆਂ ਨੇ, ਤੇ ਅਸੀਂ ਫਿਰ ਆਪ ਦੇ ਗੁਣਾਂ ਨੂੰ ਧਾਰਨ ਕਰਨ ਵਾਸਤੇ ਤੇ ਆਪ ਦੇ ਵਿੱਚੋਂ ਔਗੁਣਾਂ ਨੂੰ ਖਤਮ ਕਰਨ ਵਾਸਤੇ ਸੰਗਤ ਵਿੱਚ ਜਾਣਾ ਹੁੰਦਾ ਹੈ। ਉੱਥੋਂ ਫਿਰ ਬੋਲਦਾ ਹੈ ਗੁਰ ਦੇ ਰਾਹੀਂ, ਗੁਰਮੁਖ ਦੇ ਰਾਹੀਂ, ਸੰਤਾਂ ਦੇ ਰਾਹੀਂ। ਫਿਰ ਉੱਥੇ ਜਾ ਕੇ ਜਦੋਂ ਗੁਣ ਸੁਣਦੇ ਤੇ ਕਹਿੰਦੇ ਕਿਆ ਆਨੰਦ ਆਇਆ ਜੀ। 23 ਘੰਟੇ ਤੁਸੀਂ ਵਿਚਾਰ ਲੈ ਲਓ, 1 ਘੰਟਾ ਸੰਗਤ ਵਿੱਚ ਜਾ ਕੇ ਬਹਿ ਜਾਓ, ਸਾਰੇ ਦਿਨ ਦੀ ਥਕਾਵਟ ਖਤਮ ਹੋ ਜਾਂਦੀ ਆ। ਸਾਰੇ ਦਿਨ 'ਚ 23 ਘੰਟਿਆਂ 'ਚ ਪੂਰਾ ਆਨੰਦ ਨਹੀਂ ਉਹਨਾਂ ਬਣਿਆ ਹੁੰਦਾ ਜਿੰਨਾ ਇੱਕ ਅਸੀਂ ਸਾਧੂ ਸੰਗਤ ਦੇ ਵਿੱਚ ਬੈਠ ਕੇ ਲੈ ਲੈਂਦੇ ਹਾਂ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਕੀ ਕਹਿ ਸਕਦੇ ਆ ਜੀ ਤੁਹਾਡੇ ਗੁਣਾਂ ਬਾਰੇ। ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਈਏ ਛਡਾਏ। ਕਹਿੰਦੇ ਸੱਚੇ ਪਾਤਸ਼ਾਹ ਸਾਡੇ ਵਰਗੇ ਅਪਰਾਧੀਆਂ ਨੂੰ ਕੋਈ ਦੁਨੀਆ ਨਹੀਂ ਸੀ ਸੰਭਾਲ ਸਕਦੀ। ਜਿਵੇਂ ਦੇ ਸਾਡੇ ਇੰਨੇ ਔਗਣ ਹੁੰਦੇ ਆ ਤੂੰ ਸਾਨੂੰ ਬਖਸ਼ ਲਿਆ, ਸਾਡੇ ਵਰਗੇ ਪਾਪੀਆਂ ਨੂੰ ਕੋਈ ਹੋਰ ਰੱਖ ਸਕਦਾ ਸੀ। ਇਹ ਤੇ ਕਹਿੰਦੇ ਨੇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਈਏ ਛਡਾਏ। ਕਹਿੰਦੇ ਹੋਰ ਵੀ ਕੋਈ ਰੱਖ ਸਕਦਾ ਸੀ ਵੀ ਜਿਵੇਂ ਤਾਂ ਸਾਨੂੰ। ਵੇਖੋ ਆਪ ਦਾ ਜਦੋਂ ਹੁਣ ਜੀਵਨ ਵੇਖੀਦਾ, ਜਦੋਂ ਸਾਧੂਆਂ ਤੋਂ ਮਿਲਣ ਤੋਂ ਪਹਿਲਾਂ ਜੋ ਜੀਵਨ ਹੁੰਦਾ ਆ, ਤੇ ਫਿਰ ਹਰ ਇੱਕ ਜੀਵ ਹੀ ਐਵੇਂ ਕਹਿੰਦਾ ਵੀ ਮੇਰੇ ਵਰਗੇ ਨੂੰ ਕਿੱਥੇ, ਅਸੀਂ ਤਾਂ ਪੱਥਰਾਂ ਤੋਂ ਵੀ ਮਾੜੇ ਸੀਗੇ, ਸਾਨੂੰ ਤਾਂ ਕੋਈ ਹਵਾ, ਕੋਈ ਪਾਣੀ, ਕੋਈ ਅਗਨ, ਕੋਈ ਤਾਰ ਹੀ ਨਹੀਂ ਸੀ ਸਕਦਾ, ਅਸੀਂ ਤਾਂ ਡੁੱਬਦੇ ਹੀ ਜਾਂਦੇ ਸੀਗੇ। ਕਹਿੰਦੇ ਸਾਡੇ ਉੱਤੇ ਸਤਿਗੁਰ ਨੇ ਕਿਰਪਾ ਕੀਤੀ, ਛਡਾ ਲਿਆ ਸਾਨੂੰ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਹਾਏ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਇਸ ਤਰੀਕੇ ਕਹਿੰਦੇ ਆ ਵੀ ਜਦੋਂ ਤੁਹਾਡੇ ਅੰਦਰ ਤੜਫ ਪੈਦਾ ਹੋਵੇ, ਵਿਰਾਗ ਪੈਦਾ ਹੋਵੇ, ਉਸ ਵਿਰਾਗ ਤੇ ਤੜਫ ਨੂੰ ਖਤਮ ਕਰਨ ਦੇ ਲਈ, ਆਪ ਦੇ ਮੂਲ ਦੀ ਪਛਾਣ ਕਰਨ ਦੇ ਲਈ ਸਾਨੂੰ ਗੁਰ ਸੰਗਤ ਦੀ, ਸੱਚੀ ਸੰਗਤ ਦੀ ਜ਼ਰੂਰਤ ਹੁੰਦੀ ਹੈ। ਸੱਚੀ ਸੰਗਤ ਉਹ ਹੁੰਦੀ ਆ ਜਿੱਥੇ ਸਿਰਫ ਪ੍ਰਕਾਸ਼ ਮੂਲ ਜੋਤ ਦੀ, ਨਾਮ ਦੀ ਤੇ ਸੱਚ ਤੋਂ ਤੁਹਾਡਾ ਵਿਛੋੜਾ ਕਿਵੇਂ ਪਿਆ ਤੇ ਉਹਦੇ ਨਾਲ ਮਿਲਾਪ ਕਿਵੇਂ ਹੋਵੇ, ਸਿਰਫ ਇਹ ਗੱਲਾਂ ਕੀਤੀਆਂ ਜਾਣ। ਉਹਨਾਂ ਰਸਤਿਆਂ ਦੀ ਵਿਚਾਰ ਕੀਤੀ ਜਾਵੇ ਜਿਸ ਰਸਤੇ ਉੱਪਰ ਚੱਲ ਕੇ, ਜਿਨ੍ਹਾਂ ਵਿਚਾਰਾਂ ਵਿੱਚ ਚੱਲ ਕੇ ਤੁਸੀਂ ਸੱਚ ਤੋਂ ਵਿਛੜ ਜਾਓਗੇ।
ਤੇ ਉਸ ਰਸਤੇ ਦੀ ਵਿਚਾਰ ਕੀਤੀ ਜਾਵੇ ਜਿਸ ਰਸਤੇ ਤੇ ਵਿਚਾਰ ਨੂੰ ਧਾਰਨ ਕਰਕੇ ਤੁਸੀਂ ਸੱਚ ਦੇ ਨਾਲ ਮਿਲਾਪ ਕਰ ਸਕਦੇ ਹੋ। ਉਹ ਸੱਚੀ ਸੰਗਤ ਹੁੰਦੀ ਹੈ। ਤੇ ਜਿਸ ਸੰਗਤ ਦੇ ਵਿੱਚ ਜਾ ਕੇ ਸਿਰਫ ਦੁਨਿਆਵੀ ਕਥਾ ਕਹਾਣੀਆਂ ਸੁਣਾਈਆਂ ਜਾਣ, ਦੁਨਿਆਵੀ ਅਗਨ ਦੀ ਗੱਲ ਕੀਤੀ ਜਾਵੇ, ਨਿੰਦਿਆ ਦਵੈਤ ਇੱਕ ਦੂਜੇ ਦੇ ਪਰਥਿਆਏ ਧੜੇ ਬਣਾਏ ਜਾਣ, ਉਹ ਸੰਗਤ ਨਹੀਂ ਹੁੰਦੀ। ਉਹ ਭਾਸ਼ਣ ਹੁੰਦਾ ਹੈ, ਦੁਨਿਆਵੀ ਭਾਸ਼ਣ ਹੁੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੀ ਸਮਝਾਉਂਦੇ ਪਏ ਆ ਵੀ ਜਿਹੜਾ ਤੁਸੀਂ ਇਹ ਸੰਗਤ ਦਾ ਇਹੀ ਮਹੱਤਵ ਹੁੰਦਾ ਹੈ ਵੀ ਸੰਗਤ ਦੇ ਵਿੱਚ ਅਨਮੋਲ ਬਚਨ ਸੁਣਾ ਕੇ, ਗੁਰਮੰਤਰ ਦ੍ਰਿੜ ਕਰਵਾ ਕੇ, ਫਿਰ ਉਹਦੇ ਤੋਂ ਬਾਅਦ ਅੰਦਰ ਧਿਆਨ ਦੀ ਅਵਸਥਾ ਦੇ ਵਿੱਚ ਜੋੜਿਆ ਜਾਵੇ। ਧਿਆਨ ਦੇ ਵਿੱਚ ਬਿਠਾ ਕੇ, ਕਿਉਂਕਿ ਜੋ ਸਰੀਰ ਦੇ ਵਿੱਚ ਜੋ ਇਹ ਮੱਤ ਚੱਲਦੀ ਪਈ ਆ, ਜੋ ਹਿਊਮਨ ਬੋਡੀ ਦੇ ਵਿੱਚ ਮੱਤ ਚੱਲਦੀ ਪਈ ਹੈ, ਇਹ ਪਵਨ ਦੀ ਮੱਤ ਹੈ, ਪਾਉਣ ਦੀ, ਹਵਾ ਦੇ ਰਾਹੀਂ ਇਹ ਮੱਤ ਚੱਲਦੀ ਪਈ ਹੈ। ਔਰ ਇਹ ਮੱਤ ਜਿਹੜੀ ਆ ਸਾਨੂੰ ਅਕਾਲ ਪੁਰਖ ਤੋਂ ਜੁਦਾ ਕਰਦੀ ਆ। ਇਹ ਜੋ ਵਿਚਾਰ ਚੱਲਦੇ ਪਿਆ, ਇਹ ਪਵਨ ਦੁਆਰਾ ਚੱਲਦੇ ਪਿਆ, ਇਹ ਮਨਮਤ ਦੇ ਵਿਚਾਰ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰ ਚੱਲਦੇ ਆ। ਜੇਕਰ ਪਾਉਣ ਦੇ ਵਿੱਚ ਰਹਿੰਦੇ ਆ, ਪਾਉਣ ਦੇ ਦੇਸ਼, ਪਾਉਣ ਦੇ ਇਸ ਸਰੀਰ ਵਿੱਚ ਖੇਡਦੇ ਆ, ਇਸ ਧਰਤੀ ਉੱਪਰ ਰਹਿੰਦਿਆਂ ਤੁਹਾਨੂੰ ਨਾਦ ਸ਼ਬਦ ਗੁਰੂ ਨਹੀਂ ਸੁਣਦਾ, ਤੇ ਫਿਰ ਤੁਸੀਂ ਜਿਹੜਾ ਹੈ ਵਿਛੋੜੇ ਦੇ ਵਿੱਚ ਆ ਜਾਓਗੇ, ਤੁਹਾਨੂੰ ਇਹ ਮਾਇਆ ਠੱਗ ਲਏਗੀ। ਕਿਉਂਕਿ ਨਾਦ ਹੀ ਇੱਕ ਉਹ ਡੋਰ ਹੁੰਦੀ ਹੈ, ਜਿਵੇਂ ਇੱਕ ਆਪਾਂ ਮੱਕੜੀ ਹੁੰਦੀ ਹੈ, ਮੱਕੜੀ ਜੈਸਾ ਅਸੀਂ ਜੀ ਦੇਖਦੇ ਹਾਂ ਵੀ ਜਿਹੜਾ ਆਪ ਦਾ ਜਾਲਾ ਬੁਣਦੀ ਆ, ਤੇ ਜਦੋਂ ਉਹ ਧਰਤੀ ਤੇ ਜਾਲੇ ਤੋਂ ਲੈ ਕੇ ਧਰਤੀ ਤੇ ਕੁਛ ਆਉਣ ਦੀ ਕੋਸ਼ਿਸ਼ ਕਰਦੀ ਆ, ਤੇ ਉਹ ਆਪਦੇ ਮੁੱਖ ਦੇ ਵਿੱਚੋਂ ਇੱਕ ਲਾਰ ਕੱਢਦੀ ਹੈ। ਕਦੇ ਮੱਕੜੀ ਤੁਸੀਂ ਵੇਖੋ, ਮੱਕੜੀ ਦਾ ਜਾਲਾ, ਉਹ ਲਾਰ ਦੇ ਸਹਾਰੇ ਉਹ ਧਰਤੀ ਤੇ ਆਉਂਦੀ ਆ, ਤੇ ਉਸ ਧਰਤੀ ਤੋਂ ਆਪਦੇ ਜੋ ਉਹਨੇ ਲੈਣਾ ਹੈ ਉਹ ਲੈ ਕੇ ਤੇ ਵਾਪਸ ਆਪਦੇ ਮੁੱਖੋਂ ਲਾਰ ਖਿੱਚਦੀ ਹੈ ਤੇ ਉਸ ਜਾਲੇ ਵਿੱਚ ਚਲੀ ਜਾਂਦੀ ਹੈ। ਇਸੇ ਤਰੀਕੇ ਗੁਰਮੁਖ ਜਿਹੜੇ ਹੁੰਦੇ ਆ, ਗੁਰਮੁਖ ਮਨ ਹੁੰਦਾ ਹੈ। ਗੁਰਮੁਖ ਮਨ ਜਿਹੜਾ ਹੈ ਉਹ ਸੂਖਮ ਲੋਕ ਦੇ ਵਿੱਚੋਂ, ਉਹ ਪਰਲੋਕ ਦੇ ਵਿੱਚੋਂ ਇਸ ਸਰੀਰ ਦੇ ਵਿੱਚ ਆਉਂਦਾ ਹੈ, ਇੱਥੇ ਕਿਰਤ ਕਰਨ ਆਉਂਦਾ ਹੈ। ਕਾਲ ਦੇ ਦੇਸ਼ ਦੇ ਵਿੱਚ ਸਰੀਰ ਦੇ ਵਿੱਚ ਸੁਬਹ ਸੰਜੋਗ ਹੁੰਦਾ ਹੈ, ਸਾਰਾ ਦਿਨ ਕਰਮ ਦਾ ਖੇਲ ਕਰਨਾ ਹੁੰਦਾ ਹੈ, ਬਗਾਨਿਆਂ ਦੇ ਨਾਲ ਖੇਡਣਾ ਹੁੰਦਾ ਹੈ, ਬਗਾਨੀ ਮੱਤ ਵਿੱਚ ਜਾਣਾ ਹੁੰਦਾ ਹੈ। ਔਰ ਐਸੀ ਮੱਤ ਵਿੱਚ ਜਾਣਾ ਹੈ, ਕਿੰਨਾ ਵੇਖੋ ਭਿਆਨਕ ਇਹ ਸਟੇਜ, ਇਹ ਐਸੀ ਮੱਤ ਵਿੱਚ ਜਾਣਾ ਹੈ ਜਿਹੜੀ ਮੱਤ ਨੇ ਅਕਾਲ ਪੁਰਖ ਤੋਂ ਵਿਛੋੜਨਾ ਹੀ ਹੈ। ਹੁਣ ਇੱਕ ਹੋਰ ਨੁਕਤਾ ਦਈਏ, ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਜੀ ਸਾਰਾ ਦਿਨ ਕੰਮ ਕਰਦਿਆਂ ਕਰਦਿਆਂ ਸਾਡਾ ਅਭਿਆਸ ਵਿਛੜ ਜਾਂਦਾ। ਸਾਰਾ ਦਿਨ ਕੰਮ ਕਰਦਿਆਂ, ਸਾਰਾ ਦਿਨ ਵਿਚਰਦਿਆਂ ਨਾ ਜੀ ਬੜੀ ਅਵਸਥਾ ਡਾਊਨ ਹੋ ਜਾਂਦੀ ਹੈ। ਕਈ ਦਿਨ ਤਾਂ ਬੜਾ ਸੋਹਣਾ ਸਿਮਰਨ ਚੱਲਦਾ ਹੈ, ਜਾਂ ਤੇ ਫਿਰ ਕੁਝ ਦਿਨ ਐਸੇ ਹੁੰਦੇ ਆ ਬਿਲਕੁਲ ਸਾਡਾ ਸਿਮਰਨ ਹੀ ਨਹੀਂ ਚੱਲਦਾ। ਉਹ ਕਿਉਂ? ਦਿਲ ਨਹੀਂ ਕਰਦਾ। ਸਾਡੇ ਅੰਦਰ ਦੋ ਮੱਤ ਚੱਲਦੀਆਂ ਪਈਆਂ ਨੇ, ਇਹ ਸੁਣਨ ਵਾਲਾ ਪੁਆਇੰਟ। ਇੱਕ ਮੱਤ ਚੱਲਦੀ ਪਈ ਏ, ਇੱਕ ਜਿਹੜੀ ਸੋਚ ਚੱਲਦੀ ਪਈ ਏ, ਉਹ ਇਸ ਮਾਸ ਵਾਲੇ ਸਰੀਰ ਵਿੱਚ ਚੱਲਦੀ ਏ, ਮਾਇਆ ਵਿੱਚ। ਇੱਕ ਜਿਹੜੀ ਮੱਤ ਚੱਲਦੀ, ਗੁਰੂ ਮੱਤ ਚੱਲਦੀ ਪਈ, ਉਹ ਸੂਖਮ ਸਰੀਰ ਸਤਿਪੁਰਖ ਤੋਂ ਚੱਲਦੀ ਪਈ ਏ ਮਨ ਵਿੱਚ। ਹੁਣ ਇਹੀ ਤੁਹਾਡਾ ਰਿਪੋਰਟ ਕਾਰਡ ਏ ਸ਼ਾਮ ਤੱਕ ਦਾ ਜਾਂ ਰੋਜ਼ ਦਾ ਰੋਜ਼। ਜਿਹੜੀ ਮੱਤ ਨੂੰ ਤੁਸੀਂ ਜ਼ਿਆਦਾ ਧਾਰਨ ਕਰਦੇ ਹੋ ਉਸੇ ਮੁਤਾਬਕ ਤੁਹਾਡਾ ਮਨ ਚੱਲੇਗਾ, ਉਸੇ ਮੁਤਾਬਕ ਚੱਲੇਗਾ। ਤੇ ਉਹ ਪਤਾ ਲੱਗ ਜਾਂਦਾ ਵੀ ਜੇ ਤਾਂ ਸੰਗਤ ਵਿੱਚ ਆਪਾਂ ਜਾਂਦੇ ਹਾਂ ਤੇ ਸੰਗਤ ਵਿੱਚ ਜਿਹੜੀ ਅੰਦਰ ਸੂਖਮ ਮੱਤ ਉਹ ਗ੍ਰਹਿਣ ਕਰਵਾਈ ਜਾਂਦੀ ਆ, ਉਹਦੇ ਨਾਲ ਸੰਪਰਕ ਜੋੜਿਆ ਜਾਂਦਾ, ਤਾਂ ਤੁਹਾਨੂੰ ਇੱਥੇ ਆ ਕੇ ਸੌਖੇ ਹੋ ਜਾਂਦੇ ਹੋ ਤੁਸੀਂ। ਗੁਰਮੁਖਾਂ ਨੇ ਉਸੇ ਮੱਤ ਨਾਲ ਕਨੈਕਸ਼ਨ ਕਰਾਉਣਾ ਹੈ, ਦ੍ਰਿਸ਼ਟੀ ਦੁਆਰਾ, ਧਿਆਨ ਦੁਆਰਾ, ਉਹ ਸੌਖਾ ਹੋ ਜਾਂਦਾ। ਔਰ ਜਦੋਂ ਫਿਰ ਤੁਸੀਂ ਭੁੱਲੋਗੇ ਉਦੋਂ ਜਦੋਂ ਇਹ ਉਲਟੀ ਮੱਤ ਦੇ ਨਾਲ ਸੰਪਰਕ ਹੋ ਗਿਆ, ਪਾਉਣ ਨਾਲ, ਇਹ ਜਿਹੜਾ ਫਿਰ ਤੁਹਾਡਾ ਸਿਮਰਨ ਬੰਦ ਹੋ ਜਾਂਦਾ। ਇਹ ਨਿਸ਼ਾਨੀ ਹੈ ਵੀ ਤੁਸੀਂ ਅੰਦਰੋਂ ਹਜੇ ਲੇ ਵਾਲੇ ਰਸਤੇ ਤੇ ਪੂਰੀ ਪਰਪੱਕਤਾ ਨਹੀਂ ਆਈ। ਉਹ ਅੰਦਰੋਂ ਜਿਹੜੀ ਸੂਖਮ ਮੱਤ ਹੈ ਉਹਨੂੰ ਛੱਡ ਕੇ ਤੁਹਾਡਾ ਮਨ ਪੰਜਾਂ ਨਾਲ ਰਲ ਜਾਂਦਾ, ਤਾਂ ਸਿਮਰਨ ਘਟ ਜਾਂਦਾ। ਹਜੇ ਧਿਆਨ ਪਰਪੱਕ ਨਹੀਂ ਹੋਇਆ, ਅੰਦਰੋਂ ਪਤਾ ਨਹੀਂ ਲੱਗਾ ਵੀ ਗੁਰਮਤ ਕਿਹੜੀ ਹੈ। ਤਾਂ ਫਿਰ ਜਦੋਂ ਤੋਂ ਸੰਗਤ ਵਿੱਚ ਜਾਈਏ, ਜਦੋਂ ਗੁਰਮੁਖਾਂ ਪਾਸ ਬੈਠੀਏ, ਉੱਥੇ ਤਾਂ ਇਹ ਪੰਜ ਛੱਡ ਜਾਂਦੇ ਆ। ਗੁਰਮੁਖ ਜਿਹੜੇ ਆ ਉਹ ਧਿਆਨ ਦੁਆਰਾ, ਦ੍ਰਿਸ਼ਟੀ ਦੁਆਰਾ, ਸਿਮਰਨ ਦੁਆਰਾ, ਗਿਆਨ ਦੁਆਰਾ ਸਾਡਾ ਕਨੈਕਸ਼ਨ ਅੰਦਰੋਂ ਉਸ ਸਤਿਪੁਰਖ ਦੀ ਦੇਹ ਨਾਲ ਜੋੜ ਦਿੰਦੇ ਆ। ਆਤਮਕ ਮੱਤ ਸਾਨੂੰ
ਲੈ ਆਉਂਦੇ ਆ, ਉੱਥੇ ਸਿਮਰਨ ਚੱਲ ਪੈਂਦਾ। ਇੱਥੋਂ ਪਰਾਂ ਗਏ ਤੇ ਫਿਰ ਜਾ ਕੇ ਜਾਂ ਸਵੇਰੇ ਸਿਮਰਨ ਕੀਤਾ, ਠੀਕ ਹੈ, ਸਿਮਰਨ ਕਰਦਿਆਂ ਫਿਰ ਆਤਮਾ ਦੇ ਨਾਲ ਕਨੈਕਸ਼ਨ ਜੁੜ ਗਿਆ, ਨਾਦ ਪਾਸੇ ਜੁੜ ਗਿਆ, ਤੇ ਫਿਰ ਅਸੀਂ ਹੌਲੀ ਹੌਲੀ ਦੋਨੋਂ ਮੱਤ ਬਰਾਬਰ ਚੱਲਦੀਆਂ ਨੇ ਸਾਰਾ ਦਿਨ। ਲਿਵ ਤੇ ਧਾਤ ਦਾ ਰਸਤਾ, ਪਾਉਣ ਤੇ ਸ਼ਬਦ ਦਾ ਰਸਤਾ ਸਾਰਾ ਦਿਨ ਬਰਾਬਰ ਚੱਲਦਾ। ਉਹ ਹੁਣ ਮਨ ਕਮਜ਼ੋਰ ਏ, ਉਹ ਆਪ ਦਾ ਰਸਤਾ ਛੱਡ ਕੇ ਬਗਾਨਿਆਂ ਨਾਲ ਰਲ ਜਾਂਦਾ, ਉੱਥੇ ਲੋੜ ਪੈਣਾ ਸ਼ੁਰੂ ਹੋ ਜਾਂਦਾ, ਸ਼ਾਮ ਤਾਈਂ ਬੁਰਾ ਹਾਲ ਹੋ ਜਾਂਦਾ। ਕਿਉਂ? ਕਿਉਂਕਿ ਅਜੇ ਗੁਰੂ ਤੇ ਭਰੋਸਾ ਨਹੀਂ ਆਇਆ। ਤੇ ਅਸੀਂ ਕਈ ਗੱਲਾਂ ਕਰਦੇ ਹਾਂ, ਸੱਚ 'ਚ ਧਿਆਨ ਲਵਾਓ ਜੀ, ਕੋਈ ਵਿਧੀ ਦੱਸੋ ਗੁਰਮੁਖੋ ਵੀ ਸਿੱਧਾ ਹੀ ਪ੍ਰਕਾਸ਼ ਹੋ ਜਾਏ। ਵਿਧੀਆਂ ਜੁਗਤੀਆਂ ਵੀ ਹੁੰਦੀਆਂ ਨੇ, ਪਰ ਗੁਰਮੁਖ ਪਿਆਰੇ ਸਾਨੂੰ ਇਹ ਹੀ ਸਮਝਾਉਂਦੇ ਆ ਵੀ ਜਿੰਨੀ ਦੇਰ ਤੱਕ ਜੀਵ ਭਰੋਸਾ ਨਹੀਂ ਕਰਨ ਲੱਗਾ ਹਜੇ ਅਕਾਲ ਪੁਰਖ ਤੇ, ਹਜੇ ਇਹਦਾ ਭਰੋਸਾ ਹੀ ਨਹੀਂ ਬਣਿਆ, ਤੇ ਤੁਸੀਂ ਲਿਜਾ ਕੇ ਉਹਨੂੰ ਉਸ ਘਰ ਦੇ ਵਿੱਚ ਬਿਠਾ ਦਿਓ। ਜਿਵੇਂ ਆਪਣੇ ਆਮ ਤੌਰ ਤੇ ਘਰਾਂ ਦੇ ਵਿੱਚ ਨਾ ਕਈ ਵਾਰੀ ਕੋਈ ਇਹੋ ਜਿਹਾ ਬੰਦਾ ਹੁੰਦਾ ਹੈ ਜਿਹੜਾ ਨਸ਼ਾ ਪੱਤਾ ਕਰਦਾ ਜਾਂ ਬੜਾ ਗਲਤ ਬੋਲਦਾ, ਕਈ ਸ਼ਰਾਬ ਪੀ ਕੇ ਗਲਤ ਬੋਲਦੇ ਨਾ, ਜਾਂ ਕੋਈ ਜੀਵ ਐਸਾ ਹੁੰਦਾ ਵੀ ਉਹ ਐਵੇਂ ਜਣੇ ਖਣੇ ਨਾਲ ਲੜ ਪੈਂਦਾ, ਤੇ ਸੌਖਾ ਕਰਕੇ ਸਮਝਾਉਣਾ ਪਿਆ। ਕਈ ਵਾਰੀ ਆਪਾਂ ਕਿਤੇ ਕੋਈ ਗੁੱਡੀ ਦਾ ਰਿਸ਼ਤਾ ਵੇਖਣ ਜਾਣਾ, ਮੁੰਡੇ ਦਾ ਰਿਸ਼ਤਾ ਵੇਖਣ ਜਾਣਾ, ਜਾਂ ਕਿਤੇ ਕੁੜਮਾਚਾਰੀ ਵਿੱਚ ਜਾਣਾ, ਜਾਂ ਕਿਤੇ ਸਿਆਣੀ ਗੱਲ 'ਚ ਜਾਣਾ ਨਾ, ਤੇ ਉਹ ਜਦੋਂ ਗੱਡੀ 'ਚ ਬੰਦੇ ਬਹਿਣ ਲੱਗਦੇ ਤੇ ਰਾਤ ਨੂੰ ਸਲਾਹ ਕਰਦੇ, ਹਾਂ ਬਈ ਸਵੇਰੇ ਕਿੰਨੇ ਕਿੰਨੇ ਚੱਲਣਾ, ਤੇ ਜੇ ਕੋਈ ਉਹਦਾ ਨਾਂ ਲੈ ਦੇ ਉਹਨੂੰ ਲੈ ਚੱਲੀਏ, ਉਹ ਆਂਦਾ ਛੱਡੋ ਪਰਾਂ ਯਾਰ, ਇਹਨੇ ਉੱਥੇ ਜਾ ਕੇ ਪਤਾ ਨਹੀਂ ਕੀ ਬੋਲ ਦੇਣਾ। ਇਵੇਂ ਕਰਨਾ ਹੈ ਨਾ ਆਪਾਂ। ਸ਼ਰਾਬੀ ਕੁਆਬੀ ਬੰਦਾ ਵੀ ਇਹਨੇ ਕੀ ਬੋਲ ਦੇਣਾ, ਜੇ ਨਾ ਵੀ ਇਹ ਸ਼ਰਾਬ ਪੀਏਗਾ ਪਤਾ ਨਹੀਂ ਉੱਥੇ ਇਹਨੇ ਕੀ ਗੱਲ ਕਹਿ ਦੇਣੀ, ਇਹਨੂੰ ਉੱਥੇ ਕੀ ਕਰਨਾ ਲੈ ਜਾਣਾ, ਇਹਨੂੰ ਘਰ ਛੱਡੋ। ਉਹਨੂੰ ਕਹਿੰਦੇ ਹਾਂ ਵੀ ਇਸ ਤਰ੍ਹਾਂ ਅਸੀਂ ਜਾ ਕੇ ਆਉਂਦੇ ਹਾਂ, ਤੇ ਤੂੰ ਆਉਂਦਿਆਂ ਨੂੰ ਤੂੰ ਪੂਰੀ ਇੱਥੇ ਤੂੰ ਸੰਭਾਲ ਘਰ ਆਪਦਾ ਹੈ। ਇਸੇ ਤਰੀਕੇ ਸੰਤ ਹੁੰਦੇ ਨੇ, ਉਹਨਾਂ ਨੂੰ ਪਤਾ ਉੱਚਾ ਸੁੱਚਾ ਥਾਂ ਹੈ, ਉੱਥੇ ਦੇ ਕੀ ਐਟੀਕੇਟਸ ਨੇ, ਕੀ ਉੱਥੋਂ ਦਾ ਲੈਵਲ ਹੈ। ਤੇ ਇੱਕ ਬੰਦੇ ਜਿਹਨੂੰ ਭਰੋਸਾ ਨਹੀਂ ਆਇਆ, ਉਹਨੂੰ ਤੁਸੀਂ ਚੱਕ ਕੇ ਸਿੱਧਾ ਇੱਕ ਵਡਿਆਈ ਦੇ ਤੌਰ ਤੇ ਵੀ ਆਹ ਤੈਨੂੰ ਸਿੱਧਾ ਸੱਚਖੰਡ ਲੈ ਚੱਲੀਏ, ਉਹਨੂੰ ਤੁਸੀਂ ਉਹ ਜੁਗਤ ਵਿਧੀਆਂ ਦੱਸਦੇ ਪਏ ਜੇ। ਵੀ ਜਿਵੇਂ ਇੱਕ ਆਮ ਬੰਦਾ, ਸਾਡੇ ਇੱਥੇ ਇੱਕ ਆਪਣਾ ਗੁਰਮੁਖ ਪਿਆਰਾ ਪਾਲੀ ਹੁੰਦਾ ਸੀ, ਮੱਝਾਂ ਨੂੰ ਸੰਭਾਲਦਾ ਹੁੰਦਾ ਸੀ, ਤੇ ਉਹਦਾ ਅੱਗੋਂ ਸੰਜੋਗੀ ਸੀ ਕੋਈ, ਤੇ ਉਹ ਵਿਚਾਰਾ ਕੋਈ ਨਸ਼ਾ ਪੱਤਾ ਕਰਦਾ ਹੈ, ਤੇ ਇੱਥੇ ਆਪਣਾ ਆ ਜਿਹੜਾ ਜਾਖਲ ਜੰਕਸ਼ਨ ਹੈ, ਤੇ ਇੱਥੇ ਉਹ ਜਾ ਕੇ ਤੇ ਇਹ ਟ੍ਰੇਨ ਵਾਲੇ ਇੰਜਣ ਦੇ ਵਿੱਚ ਵੜ ਗਿਆ ਤੇ ਇੰਜਣ ਭਜਾ ਕੇ ਲੈ ਗਿਆ, ਤੇ ਉਹ ਹੁਣ ਉਹ ਤਾਂ ਮੂਰਖ ਨੂੰ ਪਤਾ ਨਹੀਂ ਸੀ ਵੀ ਕੋਈ ਸੜਕ ਹੋਵੇ ਤਾਂ ਪਾਸੇ ਵੀ ਸੜਕ ਚਲੀ ਜਾਏ, ਤੇ ਉਹ ਇੰਜਣ ਰੇਲ ਗੱਡੀ ਭਜਾ ਕੇ ਲੈ ਗਿਆ। ਵਿੱਚੋਂ ਸ਼ਾਇਦ ਡਰਾਈਵਰ ਰੋਟੀ ਖਾਣ ਗਿਆ ਹੋਇਆ ਸੀ, ਤੇ ਉਹ ਲੈ ਗਿਆ, ਮੂਰਖ ਸੀ, ਉਹਨੂੰ ਚੜਾਤਾ ਕਿਸੇ ਨੇ ਇੰਜਣ ਦੇ ਵਿੱਚ। ਤੇ ਉਹਨਾਂ ਨੇ ਫਿਰ ਗਾਂ ਅੱਗੋਂ ਪਤਾ ਨਹੀਂ ਕਿਵੇਂ ਲਾਈਨ ਲੂਨ ਬਦਲ ਕੇ ਤੇ ਗੱਡੀ ਉਹ ਜਿਵੇਂ ਸੀ ਉਹ ਕੰਡਾ ਕੁੰਡਾ ਕੋ ਬਦਲ ਕੇ ਉਹਨੂੰ ਫ੍ਰੀ ਵਿੱਚ ਪਾਤਾ, ਉੱਥੋਂ ਉਹਨਾਂ ਨੇ ਫੜ ਲਿਆ ਉਹਨੂੰ, ਹੈ ਉਹ ਮੂਰਖ ਹੀ ਸੀ। ਇਸੇ ਤਰੀਕੇ ਵੀ ਜਿਹੜੇ ਬੰਦੇ ਨੂੰ ਅਜੇ ਉਹਦਾ ਲੈਵਲ ਬਣਿਆ ਨਹੀਂ, ਉਹਦਾ IQ ਬਣਿਆ ਨਹੀਂ, ਉਹਦਾ ਐਟੀਕੇਟਸ ਬਣੇ ਨਹੀਂ, ਉਹਨੂੰ ਪਤਾ ਹੀ ਨਹੀਂ ਹੈਗਾ ਵੀ ਇੱਕ ਲੈਵਲ ਕੀ ਹੁੰਦਾ ਦਰਗਾਹ ਵਿੱਚ ਬੈਠਣ ਦਾ, ਧਿਆਨ ਵਿੱਚ ਕਿਵੇਂ ਬਹਿਣਾ ਹੈ। ਸੌਖੀਆਂ ਗੁਰਮੁਖ ਚਾਹੁਣ ਤਾਂ ਕੀ ਨਹੀਂ ਹੋ ਸਕਦਾ, ਵੀ ਸੌਖਾ ਕਿਵੇਂ ਬੈਠਣਾ ਹੈ। ਹਜੇ ਉਹ ਇੱਕ ਆਮ ਹੀ ਗੱਲਾਂ ਬਾਤਾਂ ਜੋਗਾ ਹੀ ਹੈ, ਤੇ ਉਹਨੂੰ ਤੁਸੀਂ ਲਿਜਾ ਕੇ ਸਿੱਧਾ ਧਿਆਨ ਲਵਾ ਦਿਓ ਤੇ ਗਲਤ ਕਰੇਗਾ, ਤੁਹਾਡੇ ਤੇ ਮਾਲਕ ਰੋਸ ਕਰੇਗਾ ਕਿ ਵੀ ਐਸੇ ਜੀਵਾਂ ਨੂੰ ਇਹ ਭੇਤ ਦਿੰਦੇ ਪਏ ਨੇ ਜਿਨ੍ਹਾਂ ਦਾ ਅਜੇ ਭਰੋਸਾ ਹੀ ਨਹੀਂ ਬਣਿਆ, ਜਿਨ੍ਹਾਂ ਦਾ ਅਜੇ ਅੰਦਰੋਂ ਧਿਆਨ ਹੀ ਨਹੀਂ ਬਣਿਆ, ਤੇ ਅਜੇ ਵਿਚਾਰ ਹੀ ਨਹੀਂ ਜਿੰਦੇ ਰੁਕੇ। ਸਭ ਤੋਂ ਪਹਿਲਾ ਪੁਆਇੰਟ ਤਾਂ ਹੀ ਹੁੰਦਾ ਹੈ ਗੁਰਮੰਤਰ ਦਾ ਅਭਿਆਸ ਕਰਨਾ। ਉਸ ਗੁਰਮੰਤਰ ਦੇ ਅਭਿਆਸ ਕਰਨ ਦੇ ਨਾਲ ਤੇ ਗੁਰਬਾਣੀ ਪੜ੍ਹਨ ਦੇ ਨਾਲ ਤੇ ਵੱਧੋ ਵੱਧ ਸੰਗਤ ਕਰਨ ਦੇ ਨਾਲ ਮਨ ਸਾਫ਼ ਹੁੰਦਾ ਹੈ। ਮਨ ਸਾਫ਼ ਹੋ ਕੇ ਤੇ ਉਹ ਲੈਵਲ ਬਣਦਾ ਹੈ, ਸਿਮਰਨ ਕਰ ਕਰਕੇ ਉਹਨਾਂ ਮਨ ਸਾਫ਼ ਹੁੰਦਾ ਹੈ, ਉਹਨਾਂ ਸਹਿਜ ਨਿਰਮਲ ਹੁੰਦਾ ਹੈ ਜਿੰਨਾ ਲੋੜ ਹੈ ਦਰ ਦੇ ਉੱਪਰ ਬਿਠਾਉਣ ਦੇ ਲਈ, ਜੋ ਤਾਂ ਕਿ ਪਹਿਲਾਂ ਹੀ ਇੰਨਾ ਉਹਨੂੰ ਸਹਿਜ ਤੇ ਨਿਰਮਲ ਕਰ ਦਿੱਤਾ ਜਾਂਦਾ ਵੀ ਤਾਂ ਕਿ ਜਦੋਂ ਇਹ ਧਿਆਨ ਦੀ ਅਵਸਥਾ ਫਿਰ ਇਹਨੂੰ ਦੱਸੀਏ, ਇਹ ਸਮਝ ਲਓ ਧਿਆਨ ਦੀ ਅਵਸਥਾ ਇਹਨੂੰ ਦੱਸੀਏ, ਦਰ ਤੇ ਬੈਠੇ ਤੇ ਬਿਲਕੁਲ ਇਹਦੇ ਵਿੱਚ ਕੋਈ ਕਮੀ ਨਾ ਹੋਵੇ, ਭਰੋਸਾ ਕਰਕੇ ਬਹਿ ਜਾਏ। ਤੇ ਜੇ ਭਰੋਸਾ ਕਰਕੇ ਹੀ ਦਰ ਤੇ ਧਿਆਨ ਵਿੱਚ ਬੈਠਾਂਗੇ ਤੇ ਅੱਗੇ ਅਵਸਥਾ ਬਣਦੀ ਹੈ। ਤੇ ਜੇ ਵਿਚਾਰਾਂ ਵਿੱਚ ਉਹਨੂੰ ਤੁਸੀਂ ਉਸ ਪੁਆਇੰਟ ਤੇ ਬਿਠਾ ਦਿਓਗੇ, ਉਹ ਆਪ ਦਾ ਵੀ ਨੁਕਸਾਨ ਕਰੇਗਾ ਤੇ ਤੁਹਾਨੂੰ ਵੀ ਉੱਥੇ ਮਾਲਕ ਤੋਂ ਸ਼ਾਬਾਸ਼ ਨਹੀਂ ਮਿਲਣੀ। ਵੀ ਤੁਸੀਂ ਟੀਚਰ ਹੋ, ਬੱਚੇ ਨੂੰ ਪਹਿਲਾਂ ਪ੍ਰਪੇਅਰ ਕਰੋ, ਪ੍ਰਪੇਅਰ ਕਰਕੇ ਉਹਦੇ ਕਲਾਸ 'ਚ ਪੜ੍ਹਾਓ, ਉਹਨੂੰ ਖਿਡਾਓ, ਫਿਰ ਉਹਦੇ ਯੂਨਿਟ ਟੈਸਟ ਲਓ, ਫਿਰ ਉਹਦੇ ਮੰਥਲੀ ਟੈਸਟ ਲਓ, ਫਿਰ ਉਹਦੇ ਛਮਾਹੀ ਟੈਸਟ ਲਓ, ਫਿਰ ਜਾ ਕੇ ਉਹਨੂੰ ਪੱਕੇ ਪੇਪਰ 'ਚ ਬਿਠਾਓ।
ਫਿਰ ਰਿਜ਼ਲਟ ਦੇਗਾ। ਤੇ ਉਹਨੂੰ ਕੋਈ ਸਿਖਾਇਆ ਹੈ ਨਹੀਂ, ਕੀਤਾ ਹੈ ਨਹੀਂਗਾ, ਤੇ ਸਿੱਧਾ ਉਹਨੂੰ ਪੇਪਰਾਂ 'ਚ ਬਿਠਾਤਾ ਹੈ। ਕਮਾਲ ਦੇ ਬੰਦੇ ਤੇ। ਜਿਵੇਂ ਇੱਕ ਟੀਚਰ ਆ ਕੇ ਤੈਨੂੰ ਪੜ੍ਹਨ ਦੀ ਕੋਈ ਲੋੜ ਨਹੀਂ, ਮੈਂ ਉੱਥੇ ਬਹਿ ਜਾ, ਕੋਈ ਗੱਲ ਨਹੀਂ, ਪੇਪਰਾਂ 'ਚ ਪਰਚੀਆਂ ਮੈਂ ਸੁੱਟ ਦੇਣਾ। ਸੋ ਇਸ ਤਰੀਕੇ ਸੰਤਾਂ ਦੀ ਬੜੀ ਵੱਡੀ ਡਿਊਟੀ ਹੁੰਦੀ ਹੈ। ਇਸ ਕਰਕੇ ਸਾਨੂੰ ਜਿੰਨੀ ਦੇਰ ਤੱਕ ਸਾਡੇ ਮਨ ਦਾ ਲੈਵਲ, ਉਹੀ ਤਾਂ ਕਹਾਣੀ ਆ, ਇੱਥੋਂ ਪਕੜਿਆ ਜਾਂਦਾ ਜੀਵ ਵੀ ਜਿਹੜਾ ਗੁਰਮੁਖ ਅਜੇ ਕਹਿੰਦਾ ਵੀ ਮੈਂ ਤਾਂ ਮੇਰੇ ਤੇ ਤਾਂ ਲੋੜ ਹੀ ਬਹੁਤ ਪੈਂਦਾ ਜੀ, ਮੈਂ ਤਾਂ ਸਾਰਾ ਦਿਨ ਸਿਮਰਨ ਕਰ ਹੀ ਨਹੀਂ ਸਕਦਾ। ਉਹ ਅਸਲ 'ਚ ਲੋੜ ਨਹੀਂ ਹੁੰਦਾ। ਅਸਲ ਦੇ ਵਿੱਚ ਅੰਦਰੋਂ ਆਤਮਾ ਦਾ ਹਜੇ ਮਹਿਸੂਸ ਨਹੀਂ ਹੋਇਆ, ਅੰਦਰੋਂ ਹਜੇ ਪਤਾ ਨਹੀਂ ਲੱਗਾ, ਅੰਦਰਲੇ ਪਾਸੋਂ ਪੰਜਾਂ ਨਾਲ ਕਨੈਕਸ਼ਨ ਜੁੜ ਜਾਂਦਾ, ਉਲਟੀ ਮੱਤ ਧਾਰਨ ਕਰ ਲੈਂਦਾ। ਉਹ ਅੰਦਰੋਂ ਧਿਆਨ ਦਾ ਖੇਲ, ਉਹਨੂੰ ਪਹਿਲੋਂ ਆਪਦੇ ਵਿਚਾਰ ਹੀ ਨਹੀਂ ਬਦਲਣੇ ਆਏ। ਮੈਂ ਕੱਲ ਦੱਸਿਆ ਸੀ ਨਾ, ਵਿਚਾਰ ਰੋਕਦੇ ਨਹੀਂ, ਬਦਲਦੇ ਹੁੰਦੇ ਨੇ। ਬਦਲ ਕੇ ਤੇ ਫਿਰ ਜਦੋਂ ਰੋਕਣੇ ਨੇ ਉਦੋਂ ਰੋਕ ਵੀ ਸਕਣੇ ਆ। ਪਹਿਲੋਂ ਬਦਲਣਗੇ ਫਿਰ ਰੁਕਣਗੇ। ਪਹਿਲੋਂ ਵਿਚਾਰ ਰਜੋ ਗੁਣ ਤਮੋ ਗੁਣ ਤੋਂ ਬਦਲ ਕੇ ਸਤੋ ਗੁਣੀ ਹੋਣਗੇ, ਫਿਰ ਤੁਸੀਂ ਆਪਦੀ ਮਰਜ਼ੀ ਦੇ ਨਾਲ ਵਿਚਾਰ ਰੋਕ ਲੋਗੇ ਤੇ ਛੱਡ ਦਿਓਗੇ। ਉਹ ਵੀ ਜੇ ਨਾਮ ਦਾ ਅੱਗੋਂ ਆਸਰਾ ਮਿਲੇਗਾ ਤਾਂ। ਜੇ ਵਿਚਾਰ ਤੁਸੀਂ ਸਤੋ ਗੁਣੀ ਧਾਰਨ ਨਹੀਂ ਕੀਤੇ ਤੇ ਸਿੱਧਾ ਰਜੋ ਗੁਣੀ ਤਮੋ ਗੁਣੀ ਵਿਚਾਰ ਤੁਹਾਨੂੰ ਚੱਲਦੇ ਆ, ਆਸ਼ਾ ਅਭਿਲਾਸ਼ਾ ਚੱਲਦੀਆਂ ਨੇ, ਕਾਮ ਕਰੋ ਲੋਭ ਹੰਕਾਰ ਚੱਲਦਾ, ਤੇ ਉਹ ਵਿਚਾਰ ਰੁਕਣਗੇ ਨਹੀਂ। ਇਸ ਕਰਕੇ ਪਹਿਲੋਂ ਬਦਲੀ ਕਰਾਏ ਜਾਂਦੇ ਨੇ ਸਤੋ ਗੁਣ ਧਾਰਨ ਕਰਕੇ, ਫਿਰ ਉਸ ਤੋਂ ਬਾਅਦ ਨਾਮ ਦਾ ਭੇਤ ਦਾ ਕੇ ਸਤੋ ਗੁਣੀ ਜੀਵ ਆਪਦੇ ਵਿਚਾਰ ਰੋਕ ਸਕਦਾ ਜੇ ਗੁਰੂ ਦਾ ਕਨੈਕਸ਼ਨ ਹੋਵੇ। ਕੀ ਪੁਆਇੰਟ ਹੈ? ਸਤੋ ਗੁਣੀ ਜੀਵ ਜਿਹੜਾ ਆਪਦੇ ਵਿਚਾਰ ਰੋਕ ਸਕਦਾ ਜੇ ਗੁਰੂ ਵਾਲਾ ਹੋਵੇ ਤਾਂ। ਰਜੋ ਗੁਣੀ ਤਮੋ ਗੁਣੀ ਆਪਦੇ ਵਿਚਾਰ ਨਹੀਂ ਰੋਕ ਸਕਦਾ, ਬਿਲਕੁਲ ਨਹੀਂ ਰੋਕ ਸਕਦਾ। ਇਸ ਕਰਕੇ ਹੁਣ ਰਜੋ ਗੁਣੀ ਬੰਦਾ ਹੈ ਜਿਹੜਾ ਆਸ਼ਾ ਅਭਿਲਾਸ਼ਾ ਵਿੱਚ ਹੈ, ਤ੍ਰਿਸ਼ਨਾਵਾਂ ਸੰਸੇ ਫੁਰਨਿਆਂ ਫਿਕਰਾਂ ਦੇ ਵਿੱਚ ਹੈ, ਉਹਦਾ ਤੁਸੀਂ ਧਿਆਨ ਅਵਸਥਾ 'ਚ ਉਹਨੂੰ ਦੱਸ ਦਿਓ। ਆਪਦੀ ਸ਼ਕਤੀ ਦਾ ਗਲਤ ਇਸਤੇਮਾਲ ਕਰਕੇ, ਆਪਦੀ ਗੁਰਮੱਤਾ ਦਾ ਗਲਤ ਇਸਤੇਮਾਲ ਕਰਕੇ ਉਹਨੂੰ ਤੁਸੀਂ ਬਿਠਾ ਦਿਓ, ਤੇ ਉਹ ਤਾਂ ਤੁਹਾਡੇ, ਉਹਨੂੰ ਤਾਂ ਮੂਰਖ ਹੈ ਹੀ ਆ, ਉਹਨੇ ਤਾਂ ਨੁਕਸਾਨ ਕਰਨਾ ਹੀ ਹੈ, ਉਹ ਭਰੋਸੇ ਵਿੱਚ ਆਉਣਾ ਹੀ ਨਹੀਂ। ਸਗੋਂ ਤਾਂ ਉਹਦਾ ਹੋਰ ਭਰੋਸਾ ਟੁੱਟ ਜਾਊਗਾ, ਤੁਹਾਡੇ ਤੇ ਵੀ ਮਾਲਕ ਰੋਸ ਕਰੇਗਾ ਵੀ ਗਲਤ ਬੰਦਿਆਂ ਨੂੰ ਬਿਠਾਉਂਦੇ ਤੁਸੀਂ ਅਜੇ ਟੀਚਰ ਦੇ ਕਾਬਲ ਨਹੀਂ ਹੈਗੇ। ਤਾਂ ਹੀ ਤਾਂ ਪਹਿਲੋਂ ਵਿਚਾਰੇ ਟੀਚਰ ਹੁੰਦੇ ਸੀ, ਸਿੱਧਾ ਹੀ ਕੋਈ ਜਿਹੜਾ ਜਿਹਨੂੰ ਨਹੀਂ ਕੰਮ ਮਿਲਦਾ ਅਗਲਾ ਮਾਸਟਰ ਲੱਗ ਜਾਂਦਾ ਸੀ। ਤੇ ਅੱਜ ਕੱਲ੍ਹ ਦੀ ਸਰਕਾਰ ਬੜੀ ਸਿਆਣੀ, ਉਹ ਕਹਿੰਦਾ ਵੀ ਜਿੰਨੇ ਟੀਚਰ ਲੱਗਣਾ ਪਹਿਲਾਂ B.Ed ਕਰੋ, M.Ed ਕਰੋ, H.Tet ਕਰੋ, P.Tet ਕੱਢੋ, ਟੈਸਟ ਕੱਢੋ, ਪਹਿਲਾਂ ਤੁਸੀਂ ਆਪਦੀ ਉਹ ਪਾਵਰ ਬਣਾਓ, ਫਿਰ ਬੱਚਿਆਂ ਨੂੰ ਪੜ੍ਹਾਇਆ ਜੇ। ਇਸ ਤਰੀਕੇ ਇੱਕ ਸੰਤ ਵਾਸਤੇ ਆਪ ਦਾ ਅਭਿਆਸ ਤੇ ਆਪ ਦਾ ਗਿਆਨ ਹੋਣਾ ਬੜਾ ਜ਼ਰੂਰੀ, ਫਿਰ ਉਹ ਦੂਜਿਆਂ ਨੂੰ ਉਪਦੇਸ਼ ਕਰ ਸਕਦਾ। ਨਹੀਂ ਤਾਂ ਉਹ ਅਰਥਾਂ ਦੇ ਅਨਰਥ ਕਰ ਦੇਗਾ, ਹਾਂਜੀ, ਤੇ ਧਿਆਨ ਨੂੰ ਗਲਤ ਕਰ ਦੂਗਾ, ਸਾਰਾ ਹੀ ਉਹ ਵਿਧੀਆਂ ਨੂੰ ਸਾਰਾ ਪਲਟ ਦੇਗਾ ਸੌਦਾ, ਉਹ ਦੂਜਿਆਂ ਦਾ ਜੀਵਨ ਵਿਗਾੜੇਗਾ। ਤਾਂ ਹੀ ਹਰ ਇੱਕ ਪ੍ਰਚਾਰ ਨਹੀਂ ਕਰ ਸਕਦਾ। ਇਹ ਜਿਹੜਾ ਗੁਰਮਤ ਦਾ ਚੌਥੇ ਪਦ ਦਾ ਪ੍ਰਚਾਰ ਏ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਬੜਾ ਸਹਿਜ ਦੇ ਵਿੱਚ ਪ੍ਰਚਾਰ ਕਰਨਾ ਪੈਂਦਾ ਹੈ। ਇਹ ਬੜਾ ਪਹਿਲੋਂ ਆਪ ਦਾ ਲੈਵਲ ਬਣਾਉਣਾ ਪੈਂਦਾ। ਇਸ ਕਰਕੇ ਗੁਰਮੰਤਰ ਨੂੰ ਅਸੀਂ ਉਨੀ ਦੇਰ ਤੱਕ ਕਰੀ ਜਾਣਾ ਹੈ, ਉਨੀ ਦੇਰ ਤੱਕ ਅਸੀਂ ਕਥਾ ਨੂੰ ਰੋਜ਼ ਸੁਣਨਾ ਹੈ ਤੇ ਸਿਮਰਨ ਰੋਜ਼ ਵਾਰ-ਵਾਰ ਕਰਨਾ ਹੈ, ਜਿੰਨੀ ਦੇਰ ਤੱਕ ਇਹ ਗੁਰਮੁਖਾਂ ਦੇ ਕਹੇ ਤੇ ਕਰਨਾ ਹੈ, ਵੀ ਤਾਂ ਕਿ ਸਾਡੇ 'ਚ ਗੁਣ ਆ ਜਾਣ, ਸਾਡੇ ਵਿੱਚ ਜਿਹੜਾ ਵਿਸ਼ਵਾਸ ਆ ਜਾਵੇ। ਹੁਣ ਇਹ ਸਿਮਰਨ ਜਦੋਂ ਨਹੀਂ ਚੱਲਿਆ, ਕਥਾ ਦੇ ਮੁਤਾਬਕ ਅਸੀਂ ਜੀਵਨ ਨਹੀਂ ਜਿਉਣ ਲੱਗੇ, ਪਹਿਲਾਂ ਤਾਂ ਜਿਵੇਂ ਗੁਰਮੁਖਾਂ ਨੇ ਕਹਿਣਾ ਹੈ, ਕਥਾ 'ਚ ਸਮਝਾਉਣਾ ਹੈ, ਉਵੇਂ ਜੀਵਨ ਜਿਉਣਾ ਪੈਣਾ ਨਾ। ਸਿਮਰਨ ਚੱਲਿਆ ਨਹੀਂ, ਕਥਾ ਦੇ ਮੁਤਾਬਕ ਅਸੀਂ ਜੀਵਨ ਜਿਉਣ ਨਹੀਂ ਲੱਗੇ, ਤੇ ਸਿੱਧਾ ਅਸੀਂ ਅਵਸਥਾ ਦੇ ਵਿੱਚ ਨਹੀਂ ਫਿਰ ਜਾ ਸਕਦੇ। ਜੇ ਕੋਸ਼ਿਸ਼ ਕਰੋਗੇ ਤੇ ਚੋਟਾਂ ਪੈਣਗੀਆਂ ਅੱਗੋਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਇਹ ਆਪਣੇ ਤੁਹਾਡੇ ਵਿਚਾਰ ਵੱਧ ਜਾਂਦੇ ਨੇ, ਇਹਦਾ ਮਤਲਬ ਇਹ ਹੀ ਹੈ ਅਜੇ ਅੰਦਰੋਂ ਫਿਰ ਪੰਜਾਂ ਦੇ ਸੰਗੀ ਬਣ ਜਾਂਦੇ ਹੋ। ਤੇ ਜਦੋਂ ਅੰਦਰੋਂ ਵਾਰ-ਵਾਰ ਆਤਮਾ ਦੀ ਮੱਤ ਧਾਰਨ ਕਰਨ ਲੱਗੇ, ਸਤਿਪੁਰਖ ਦੀ ਦੇਹ ਨਾਲ ਜੁੜਨ ਲੱਗੇ, ਅੰਦਰੋਂ ਗੁਰਮਤ ਦੇ ਮੁਤਾਬਕ, ਅੰਦਰ ਹੀ ਗੁਰਮਤ ਹੈ, ਹੋਰ ਬਾਹਰੋਂ ਥੋੜੀ ਨਾ। ਬਾਹਰੋਂ ਤਾਂ ਉਪਦੇਸ਼ ਕਰਕੇ ਅੰਦਰਲੀ ਗੁਰਮਤ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਖਜ਼ਾਨਾ ਤੁਹਾਡੇ ਅੰਦਰ ਹੀ ਹੈ ਨਾ। ਤੁਸੀਂ ਫਿਰ ਭਟਕ ਜਾਂਦੇ ਹੋ, ਫਿਰ ਤੁਹਾਨੂੰ ਦੁਬਾਰਾ ਉਪਦੇਸ਼ ਸਿਮਰਨ ਕਰਕੇ ਉੱਥੇ ਜੋੜਿਆ ਜਾਂਦਾ, ਦ੍ਰਿਸ਼ਟੀ ਮਾਰ ਕੇ ਫਿਰ ਉੱਥੇ ਜੋੜਿਆ ਜਾਂਦਾ, ਫਿਰ ਉੱਥੇ ਜੋੜਿਆ ਜਾਂਦਾ, ਫਿਰ ਉੱਥੇ ਜੋੜਿਆ ਜਾਂਦਾ। ਵਾਰ-ਵਾਰ ਗੁਰਮੁਖ ਇਹੀ ਕਰਦੇ ਨੇ, ਤੁਹਾਡਾ ਧਿਆਨ ਬਚਨਾਂ ਤੇ ਦ੍ਰਿਸ਼ਟੀ ਦੁਆਰਾ ਅੰਦਰ ਲਵਾ ਦਿੰਦੇ ਨੇ, ਤੇ ਅੱਧੇ ਕੁ ਤਾਂ ਆਦੀ ਹੋ ਜਾਂਦੇ ਆ ਵੀ ਚਲੋ ਉਹ ਹੀ ਲਵਾ ਦੇਣਗੇ, ਆਪਾਂ ਨੂੰ ਤਾਂ ਹੁਣ ਨਹੀਂ। ਉਹ ਵੀ ਮਾੜਾ ਵੀ ਉੱਥੇ ਚੱਲਨੇ ਆਪਾਂ, ਉਹ ਆਪੇ ਕੋਈ ਮਾੜੀ ਮੋਟੀ ਕੋਈ ਦ੍ਰਿਸ਼ਟੀ ਮਾਰਨਗੇ ਤੇ ਆਪਣੇ ਅੰਦਰ ਸਹਿਜ ਆ ਜਾਏਗੀ, ਤੇ ਆਪ ਦੇ ਮੁਤਾਬਕ ਸਹਿਜ ਲਿਆਉਣੀ ਨਹੀਂ ਸਿੱਖੇ। ਤੇ ਦੂਜਾ ਇਹ ਵੀ ਜਿਹੜਾ ਅੰਦਰ ਵਾਰ-ਵਾਰ ਧਿਆਨ ਲੱਗਦਾ, ਇੰਨੇ ਨਾਲ ਜੀਵ ਦਾ ਅਭਿਆਸ ਬਣ ਜਾਂਦਾ ਹੈ। ਫਿਰ ਜਦੋਂ ਅਸੀਂ ਫਿਰ ਸੰਗਤ ਤੋਂ ਬਾਅਦ ਹੌਲੀ-ਹੌਲੀ ਆਪੇ ਗੁਰਮਤ ਨੂੰ ਧਾਰਨ ਕਰਕੇ ਸਿੱਖ ਜਾਂਦੇ ਹਾਂ ਵੀ ਅੰਦਰ ਕਿੱਥੇ ਕੁ ਸਾਡਾ ਧਿਆਨ ਲੱਗਦਾ ਹੈ। ਤੇ ਜਦੋਂ ਅੰਦਰ ਧਿਆਨ ਲੱਗਾ ਨਹੀਂ ਤੇ ਅੰਦਰੋਂ ਫਿਰ ਅਸੀਂ ਵਿਚਾਰ ਲੈਣ ਲੱਗ ਪੈਂਦੇ ਹਾਂ। ਇਸ ਕਰਕੇ ਸੰਗਤ ਕਰਨੀ ਹੁੰਦੀ ਹੈ ਕਮਾਉਣ ਵਾਸਤੇ,
ਇਹ ਨਹੀਂ ਵੀ ਸੰਗਤ ਸੁਣ ਲਈ ਤੇ ਵਿਚਾਰ ਫਿਰ ਉਹੀ ਪੰਜਾਂ ਵਾਲੇ ਲਈ ਗਏ, ਉਹਦੇ ਨਾਲ ਨਹੀਂ ਗੱਲ ਬਣਦੀ। ਇਹ ਜਦੋਂ ਜਿਵੇਂ ਮਤਲਬ ਜਿਹੜਾ ਤੁਹਾਡਾ ਦਿਲ ਨਹੀਂ ਕਰਦਾ ਸਿਮਰਨ ਕਰਨ ਲਈ, ਦਿਲ ਕਿੰਨਾ ਦਾ ਨਹੀਂ ਕਰਦਾ ਹੁੰਦਾ ਸਿਮਰਨ ਕਰਨ ਲਈ? ਪੰਜਾਂ ਦਾ। ਪੰਜਾਂ ਦਾ ਨਹੀਂ ਨਾ। ਪਾਉਣ ਦੀ ਜਿਹੜੀ ਮੱਤ ਹੈ, ਮਾਇਆ ਹੈ ਜਿਹੜੀ, ਉਹਨੇ ਕਹਿਣਾ ਵੀ ਸਿਮਰਨ ਨਹੀਂ ਕਰਨਾ, ਕਿਉਂਕਿ ਉਹਨੂੰ ਹੁਕਮ ਨਹੀਂ ਹੈਗਾ ਨਾਮ ਦੇ ਨਾਲ ਜੋੜਨ ਦਾ। ਉਹਨੇ ਨਾਮ ਤੋਂ ਤੋੜਨਾ ਹੈ, ਸਤਿਗੁਰ ਨੇ ਨਾਮ ਨਾਲ ਜੋੜਨਾ। ਤੇ ਜੇ ਤੁਹਾਡਾ ਦਿਲ ਨਹੀਂ ਕਰਦਾ ਪਿਆ ਸਿਮਰਨ ਕਰਨ ਲਈ, ਤੁਹਾਡਾ ਦਿਲ ਕਰਦਾ ਮੈਂ ਦੁਬਦਾ ਕਰਾਂ, ਸੌਖਾ ਹੋ ਗਿਆ ਨਾ। ਤੁਹਾਡਾ ਦਿਲ ਕਰਦਾ ਮੈਂ ਦੁਬਦਾ ਕਰਾਂ, ਨਿੰਦਿਆ ਕਰਾਂ, ਤੇ ਮਤਲਬ ਤੁਸੀਂ ਕਿਹਦੇ ਸੰਗੀ ਬਣੇ ਬੈਠੇ ਹੋ? ਪੰਜਾਂ ਦੇ। ਤੇ ਅੰਦਰੋਂ ਕਨੈਕਸ਼ਨ ਗਲਤ ਹੋਇਆ ਪਿਆ। ਫਿਰ ਉੱਥੇ ਆਪਾਂ ਕੀ ਕਰਨਾ ਹੈ ਵੀ ਚਾਹੇ ਜੋ ਮਰਜ਼ੀ ਦਿਲ ਕਰਦਾ, ਤੁਹਾਨੂੰ ਪਤਾ ਲੱਗਾ ਮੈਂ ਫਸ ਗਿਆ, ਸਿਮਰਨ ਕਰਕੇ ਕਥਾ ਸੁਣ ਕੇ ਧਿਆਨ 'ਚ ਬੈਠ ਕੇ ਉਹ ਕਨੈਕਸ਼ਨ ਨੂੰ ਤੋੜ ਦਿਓ, ਨਾਲੋਂ ਨਾਲ ਤੁਸੀਂ ਸੁਖੀ ਹੋ ਜਾਓਗੇ। ਆਪਾਂ ਕਹਿੰਦੇ ਹਾਂ ਨਾ ਵੀ ਬੜੇ ਵਿਚਾਰ ਵਧੇ ਸੀ, ਸਿਮਰਨ ਕੀਤਾ ਤੇ ਆਪੇ ਠੀਕ ਹੋ ਗਿਆ। ਅੰਦਰੋਂ ਕਨੈਕਸ਼ਨ ਸਤਿਗੁਰ ਪਾਸੇ ਜੁੜ ਗਿਆ, ਆਤਮਾ ਪਾਸੇ ਜੁੜ ਗਿਆ। ਇਸੇ ਤਰੀਕੇ ਜੇ ਨਹੀਂ, ਫਿਰ ਸਾਡੇ ਤੋਂ ਨਹੀਂ ਕਨੈਕਸ਼ਨ ਜੁੜਦਾ ਪਿਆ, ਇੰਨੇ ਅਸੀਂ ਪੰਜਾਂ ਦੇ ਜਾਲ 'ਚ ਫਸ ਗਏ, ਫਿਰ ਸੰਗਤ ਵਿੱਚ ਚਲੇ ਜਾਓ, ਗੁਰਮੁਖ ਪਾਸ ਜਾਓ, ਉੱਥੋਂ ਫਿਰ ਸਾਡਾ ਕਨੈਕਸ਼ਨ ਉਹ ਸਹੀ ਕਰ ਦਿੰਦੇ ਆ, ਕਿਉਂਕਿ ਉੱਥੇ ਸਤਿਗੁਰ ਵਰਤਦਾ ਹੈ, ਆਪ ਵਰਤਦਾ ਹੈ। ਇਸ ਕਰਕੇ ਜਿਹੜੀ ਅਸੀਂ ਮੱਤ ਲੈਣੀ ਹੈ, ਉਹ ਅੰਦਰੋਂ ਸੱਚ ਦੀ ਮੱਤ ਲੈਣੀ ਹੈ। ਨਾਮ ਦੇ ਨਾਲ ਜੁੜ ਕੇ ਰਹਿਣਾ, ਗੁਰਮੁਖਾਂ ਦੇ ਨਾਲ ਵਿਚਾਰ ਕਰਦੇ ਰਹਿਣਾ, ਤਾਂ ਕਿ ਅੰਦਰੋਂ ਸਾਡਾ ਜਿਹੜਾ ਭਰੋਸਾ ਬਣਿਆ ਰਹੇ। ਫਿਰ ਜਦੋਂ ਅਸੀਂ ਭਰੋਸਾ ਸਿੱਖ ਗਏ, ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਇੱਕ ਹੋਰ ਸੌਖਾ ਹੈ, ਭਰੋਸਾ ਤੁਹਾਡੇ ਮਨ 'ਚ ਆਉਂਦਾ ਜਾਏਗਾ, ਆਪੇ ਹੀ ਤੁਹਾਡੇ ਫਿਰ ਬੈਲੈਂਸ ਜਿਹੜਾ ਹੈ ਪਾਉਣ ਦਾ, ਜੋਤ ਦਾ। ਸੌਖੀ ਕਹਾਣੀ ਦੱਸਾਂ ਤੇ ਸਿਮਰਨ ਕਰੋ ਇੱਕ ਚਿੱਤ ਹੋ ਕੇ, ਸਿਮਰਨ ਦੇ ਨਾਲ ਹੀ ਅਨਹਦ ਬਾਣੀ ਤੇ ਪ੍ਰਕਾਸ਼ ਹੋ ਜਾਂਦਾ। ਸਿਮਰਨ ਦੇ ਨਾਲ ਅਨਹਦ ਬਾਣੀ ਤੇ ਪ੍ਰਕਾਸ਼ ਹੋ ਜਾਂਦਾ, ਗੁਰਮੰਤਰ ਨਾਲ ਹੀ। ਕੋਈ ਜੀਵ ਦਿਲੋਂ ਕਰਦਾ ਹੋਵੇ, ਜਿੰਦਾ ਅਜੇ ਗੁਰਮੰਤਰ ਦਾ ਅਭਿਆਸ ਹੀ ਨਹੀਂ ਬਣੇ, ਸ਼ਬਦ ਦਾ ਅਭਿਆਸ ਹੈ ਨਹੀਂ, ਵਿਚਾਰ ਰੁਕੇ ਨਹੀਂ। ਸ਼ਬਦ ਦਾ ਅਭਿਆਸ ਵੀ ਗੁਰਮਤ ਮੁਤਾਬਕ, ਉਹ ਫਿਰ ਅੱਗੇ ਕਾਮਯਾਬ ਨਹੀਂ ਹੁੰਦਾ। ਕਈ ਗੁਰਮੁਖਾਂ ਦਾ ਅਭਿਆਸ ਬਹੁਤ ਜ਼ਿਆਦਾ ਹੈ, ਕਥਾ ਵੀ ਬਹੁਤ ਜ਼ਿਆਦਾ ਸੁਣਦੇ ਆ, ਪਰ ਧਿਆਨ ਲਾਉਣ ਦੀ ਨਹੀਂ ਵਿਧੀ। ਉਹਨਾਂ ਨੂੰ ਲੋੜ ਏ ਗੁਰਮੁਖਾਂ ਦੇ ਕੋਲ ਜਾ ਕੇ ਬੈਠ ਕੇ ਕਿ ਵੀ ਅਸੀਂ ਅਭਿਆਸ ਵੀ, ਇਹ ਕਥਾ ਵੀ, ਤੇ ਵੀ ਅਗਾਂਹ ਸਾਨੂੰ ਕੋਈ ਧਿਆਨ ਦੀ ਕੋਈ ਜੁਗਤ ਜਾਂ ਵਿਧੀ ਦੱਸੋ। ਉੱਥੇ ਫਿਰ ਅਸੀਂ ਟੀਚਰ ਨਾਲ ਸੰਪਰਕ ਕਰਨਾ, ਤੇ ਜੇ ਅਭਿਆਸ ਨਹੀਂ ਤੇ ਫਿਰ ਅਸੀਂ ਅਭਿਆਸ ਪਹਿਲਾਂ ਵਧਾਉਣਾ ਹੈ। ਸੋ ਇਸ ਕਰਕੇ ਜਿਹੜਾ ਧਿਆਨ ਹੈ, ਧਿਆਨ ਫਿਰ ਸੱਚ ਵਿੱਚ ਲਾਉਣ ਤੋਂ ਪਹਿਲਾਂ ਇਹ ਅੱਜ ਗੁਣ ਦੱਸੇ ਨੇ ਆਪਾਂ ਵੀ ਧਿਆਨ ਤਾਂ ਸੱਚ ਵਿੱਚ ਲੱਗੇਗਾ, ਉਸ ਤੋਂ ਪਹਿਲਾਂ ਗੁਣ ਕਿਹੜੇ ਧਾਰਨ ਕਰਨੇ ਆ, ਕਿਵੇਂ ਅਸੀਂ ਪੰਜਾਂ ਤੋਂ ਪਾਸੇ ਹੋ ਕੇ ਕਿਹੜੀ ਮੱਤ ਨੂੰ ਅਸੀਂ ਧਾਰਨ ਕਰਕੇ ਕਿਵੇਂ ਅਸੀਂ ਸੰਗਤ ਨਾਲ ਜੁੜ ਕੇ ਨਿਕਲ ਸਕਦੇ ਹਾਂ। ਸੋ ਆਓ ਫਿਰ ਥੋੜਾ ਜਿਹਾ ਅਭਿਆਸ ਕਰਕੇ ਸਮਾਪਤੀ ਕਰੀਏ। ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ